स्वामी परमानंद गिरी जी ਦੀ ਇੱਕ ਰਿਕਾਰਡਿੰਗ ਭੇਜੀ ਸੀ ਤੇ ਕਿਹਾ ਵੀ ਸੀ ਵੀ ਇਹਨੂੰ ਸੁਣ ਕੇ ਦੇਖਿਓ। ਜੋ ਇਹ ਕਹਿ ਰਹੇ ਹਨ ਉਹ ਹੀ ਇੱਧਰ ਨਹੀਂ ਕਿਹਾ ਜਾ ਰਿਹਾ ਹੈ। बहुत फर्क है, पर फर्क बहुत सूक्ष्म है, बारीक है, पकड़ विच नहीं आउंदा है। भावें यह बुजुर्ग जिन्हां ने रिकॉर्डिंग भेजी है काफ़ी लंबे समय तो सुन रहे हैं, पर सुनी ही रहे हैं। जिन्ना चिर तुसीं मन तो पार नहीं जाते हो उन्ना चिर तुसीं समझ नहीं सकते हो फर्क की है। मन दे तल ते बुद्धि दे तल ते तुसीं वास्तविक दे विच कौन जागृत है ते कौन ज्ञानवान है, कौन शास्त्री है, शास्त्रां दा ज्ञाता है, ते कौन बिल्कुल जागरण दे विच है, सियाण नहीं सकते हो। तुहानूं पता नहीं लग सकता। ज़्यादातर तो इउं हुंदा है भी जिहड़ा शास्त्रां दा ज्ञाता होवे उहदे तों ज़्यादा लोग प्रभावित हुंदे हन, क्योंकि वो लोकां दे अनुकूल गल करदा है। इहो ही कारण सी ना कबीर जी वर्गे, रविदास जी वर्गे उस समय किन्ने सन काशी दे विच, तो उन्हां कोल कौन जांदा सी? शास्त्रियां कोल जांदे सन, पंडितां कोल जांदे सन, जिहड़े बहुत वधिया प्रचार करदे सन। ऐसा नहीं है भी इन्हां ने कुछ गलत किया है, शास्त्रां दे हिसाब नाल बिल्कुल ठीक है। तो सब कुछ शास्त्रां दे विच लिखिया है, लोग पढ़ते हैं ते पढ़ पढ़ के याद कर लेंदे हैं। ते गीता दे उपासक हैं ज़्यादा, ते गीता दी गल ज़्यादा करते हैं। ते जिवें इन्हां ने कहा है भी दृश्य दर्शन ते दृष्टा, मैं भी अक्सर बहुत बार तुहाडे नाल इस पक्ष ते गल कीती है। ते मैं कहना हाँ भी तुसीं दृश्य नूं भुल जाओ। जदों दृश्य छुट जाता है ना फिर दृष्टा भी नहीं रहिंदा है, फिर तुसीं साक्षी हो जाओगे। पर यह कह रहे हैं भी दृश्य नूं नहीं भुलना है, तुसीं जाणो भी तुसीं दृष्टा हो, तुसीं देखण वाले हो। जो दिख रहा है दृश्य है, इदां ते सारे देख ही रहे हैं। फिर देख तुसीं दृष्टा किनू समझ रहे हो? अपने मन नूं। ये भी गल ख्याल विच रखनी है। ये बहुत बारीक है भेत, शायद तुहानूं समझ विच ना आवे। इन्हां दीयां गल्लां तो बहुत लोग प्रभावित हुंदे हन ते बहुत सुणदे हन, पर बारीक सूक्ष्म भेद दा किसे नूं नहीं पता लगदा। तुसीं दृष्टा अपने मन नूं समझ रहे हो, ते जदों तुसीं कहोगे भी मैं दृष्टा हाँ, मैं देखण वाला हाँ, बाकी सब चीज़ां जुदा हन, दृश्य हन, ते तुसीं उस दृष्टा दे नाल मन दे नाल जुड़े रहोगे। ऐसे लोग ज़्यादा विचारक हो जाते हैं, उन्होंने ही पंडित किया है, दार्शनिक किया है।
ਕਿਉਂਕਿ ਆਪਣੇ ਦ੍ਰਿਸ਼ਟਾ ਕੀ ਹੈ? ਮਨ। ਤੁਸੀਂ ਹੁਣ ਮਨ ਦੁਆਰਾ ਹੀ ਦੇਖ ਰਹੇ ਹੋ ਨਾ ਸੰਸਾਰ ਨੂੰ, ਤੇ ਮਨ ਦੁਆਰਾ ਹੀ ਸੋਚ ਰਹੇ ਹੋ। ਤੇ ਜਦੋਂ ਦ੍ਰਿਸ਼ਟਾ ਕਿਹਾ ਜਾਵੇਗਾ ਤੁਸੀਂ ਦ੍ਰਿਸ਼ਟਾ ਹੋ, ਫਿਰ ਤੁਸੀਂ ਆਪਣੇ ਮਨ ਦੇ ਨਾਲ ਜੁੜ ਜਾਓਗੇ। ਤੇ ਦਾਰਸ਼ਨਿਕ ਜ਼ਿਆਦਾ ਲੋਕ ਜਿਹੜੇ ਹਨ ਨਾ, ਵਿਚਾਰਕ, ਉਹ ਆਪਣੇ ਮਨ ਦੇ ਨਾਲ ਜੁੜ ਜਾਂਦੇ ਹਨ। ਤੋ ਵਿਚਾਰਾਂ ਦੇ ਤਲ ਤੇ ਹੀ ਜੀਂਦੇ ਰਹਿੰਦੇ ਹਨ ਤੇ ਸੋਚਦੇ ਰਹਿੰਦੇ ਹਨ ਵੀ ਇਹ ਦ੍ਰਿਸ਼ ਅਲੱਗਾ ਹੈ, ਮੈਂ ਦ੍ਰਿਸ਼ਟਾ ਹਾਂ। ਇਹ ਗੱਲ ਸੋਚਦੇ ਰਹਿੰਦੇ ਹਨ, ਪਰ ਮੁਕਤ ਨਹੀਂ ਹੁੰਦੇ ਹਨ ਮਨ ਤੋਂ। ਕਿਉਂਕਿ ਮੁਕਤ ਉਹ ਹੋਵੇਗਾ ਜਿਹੜਾ ਇਨ ਤਿੰਨਾਂ ਤੋਂ ਪਾਰ ਚਲੇ ਜਾਵੇਗਾ। ਤੇ ਤਿੰਨਾਂ ਤੋਂ ਪਾਰ ਉਹ ਜਾਵੇਗਾ ਜਿਹੜਾ ਜਾਂ ਤਾਂ ਦ੍ਰਿਸ਼ ਨੂੰ ਭੁੱਲ ਜਾਵੇਗਾ ਤੇ ਜਾਂ ਦ੍ਰਿਸ਼ਟਾ ਨੂੰ ਭੁੱਲ ਜਾਵੇਗਾ। ਇਹ ਗੱਲ ਖਿਆਲ ਵਿੱਚ ਰੱਖਣੀ। ਦੋਵੇਂ ਹੀ ਮਾਰਗ ਹਨ। ਇਹ ਗਿਆਨ ਦੇ ਮਾਰਗ ਦੀ ਗੱਲ ਕਰ ਰਹੇ ਹਨ ਜ਼ਿਆਦਾ, ਤੇ ਮੈਂ ਭਗਤੀ ਯੋਗ ਦੀ ਵੀ ਗੱਲ ਕਰ ਰਿਹਾ ਹਾਂ, ਪ੍ਰੇਮੀਆਂ ਵਾਸਤੇ ਵੀ ਕਹਿ ਰਿਹਾ ਹਾਂ, ਤੇ ਧਿਆਨ ਯੋਗ ਵਾਸਤੇ ਵੀ ਕਹਿ ਰਿਹਾ। ਤੇ ਜਿਹੜੇ ਭਗਤੀ ਯੋਗ ਵਾਲੇ ਹਨ, ਉਹਨਾਂ ਦਾ ਵੀ ਦ੍ਰਿਸ਼ ਜਿਹੜਾ ਹੈ ਉਹ ਤਿਆਗ ਹੋ ਜਾਂਦਾ ਹੈ ਜਦੋਂ ਉਹ ਧਿਆਨ ਜਿਹੜਾ ਹੈ ਨਾ ਦ੍ਰਿਸ਼ਟਾ ਤੇ ਲਾ ਲੈਂਦੇ ਹਨ। ਆਪਣੇ ਦ੍ਰਿਸ਼ਟਾ ਤੇ ਨਹੀਂ ਲਾਉਂਦੇ ਹਨ। ਆਪਣੇ ਦ੍ਰਿਸ਼ਟਾ ਤੇ ਲਾਉਣਗੇ ਤੇ ਵਿਚਾਰ ਬਣਨਗੇ, ਵਿਚਾਰਕ ਬਣਨਗੇ, ਸੋਚੀ ਜਾਣਗੇ। ਇਹੋ ਹੀ ਤੇ ਕਾਰਨ ਹੈ, ਕਈ ਲੋਕ ਸੋਚੀ ਜਾਂਦੇ, ਵਿਚਾਰੀ ਜਾਂਦੇ। ਤਾਂ ਉਹ ਦ੍ਰਿਸ਼ਟਾ ਸਮਝਦੇ ਹਨ ਗੁਰੂ ਨੂੰ, ਤੇ ਗੁਰੂ ਤੇ ਧਿਆਨ ਲਾ ਲੈਂਦੇ ਹਨ, ਪਿਆਰੇ ਤੇ ਧਿਆਨ ਲਾ ਲੈਂਦੇ ਹਨ। ਦੂਸਰੇ ਪਾਸੇ ਧਿਆਨ ਦ੍ਰਿਸ਼ ਵੱਲੋਂ ਹਟ ਗਿਆ ਤੇ ਫਿਰ ਦ੍ਰਿਸ਼ਟਾ ਵੀ ਖੋ ਜਾਂਦਾ ਹੈ। ਤੇ ਜਿਹੜੇ ਧਿਆਨੀ ਹਨ ਉਹ ਧਿਆਨ ਲਾਉਂਦੇ ਹਨ ਦ੍ਰਿਸ਼ਟਾ ਦੁਆਰਾ, ਦੇਖਣ ਵਾਲੇ ਦੁਆਰਾ। ਪਹਿਲਾਂ ਇੱਕ ਬਿੰਦੂ ਤੇ ਧਿਆਨ ਲੱਗਦਾ ਹੈ, ਜਿਵੇਂ ਕਿਹਾ ਹੈ ਸ਼ਬਦ ਦਾ ਚਿੰਤਨ ਕਰਨਾ, ਸ਼ਬਦ ਸੁਰਤ, ਸ਼ਬਦ ਦੇ ਉੱਤੇ ਸੁਰਤ ਲਾਉਣੀ, ਲਿਵ ਜੋੜਨੀ ਹੈ, ਜਿਵੇਂ ਕੱਲ੍ਹ ਹੀ ਗੁਰਮੁਖ ਪਿਆਰੇ ਨੇ ਪੁੱਛਿਆ ਸੀ। ਉਹਦਾ ਭਾਵ ਵੀ ਦ੍ਰਿਸ਼ਟਾ ਜਿਹੜਾ ਹੈ, ਤੁਸੀਂ ਦੇਖਣ ਵਾਲੇ ਹੋ, ਤੁਸੀਂ ਸ਼ਬਦ ਨੂੰ ਦੇਖਣਾ, ਸ਼ਬਦ ਨੂੰ ਸੁਣਨਾ। ਭਾਵ ਕਿ ਦ੍ਰਿਸ਼ ਵੱਲੋਂ ਧਿਆਨ ਹਟੇ। ਕਿ ਜਦੋਂ ਧਿਆਨ ਹਟ ਗਿਆ ਫਿਰ ਉਹ ਦ੍ਰਿਸ਼ਟਾ ਵੀ ਛੱਡਣਾ ਹੈ। ਜਿਵੇਂ ਇੱਕ ਅਕਸਰ ਮੈਂ ਸ਼ਬਦ ਪੜ੍ਹਦਾ ਹੁੰਦਾ ਹਾਂ, ਧੁਨ ਮੇਹ ਧਿਆਨ ਧਿਆਨ ਮੇਹ ਜਾਣਿਆ ਗੁਰਮੁਖ ਅਕਥ ਕਹਾਣੀ। ਹੁਣ ਧੁਨ ਦੇ ਵਿੱਚ ਧਿਆਨ ਹੈ, ਜਿਹੜਾ ਧਿਆਨ ਲਾਉਣ ਵਾਲਾ ਹੈ ਉਹ ਦ੍ਰਿਸ਼ਟਾ ਹੈ। ਜਿਹਦੇ ਵਿੱਚ ਧਿਆਨ ਧੁਨ ਵਿੱਚ ਲੱਗ ਰਿਹਾ ਹੈ ਉਹ ਧੁਨ ਦ੍ਰਿਸ਼ ਹੈ, ਭਾਵੇਂ ਸੁਣ ਰਹੇ ਹੋ ਤੁਸੀਂ। ਫਿਰ ਕਿਹਾ ਜਾ ਰਿਹਾ ਹੈ ਵੀ ਇਹ ਦ੍ਰਿਸ਼ ਨੂੰ ਵੀ ਛੱਡਣਾ ਹੈ। ਧੁਨ ਮੇਹ ਧਿਆਨ, ਧਿਆਨ ਮੇਹ ਜਾਣਿਆ, ਉਹ ਜਿਹੜਾ ਧਿਆਨ ਹੈ ਤੁਹਾਡਾ ਦ੍ਰਿਸ਼ਟਾ ਹੈ ਨਾ, ਉਹਦੇ ਵਿੱਚ ਹੈ ਜਾਣਨ ਵਾਲਾ। ਇਸ ਧੁਨ ਦੇ ਦ੍ਰਿਸ਼ ਨੂੰ ਵੀ ਛੱਡਣਾ ਹੈ। ਬਾਹਰਲੇ ਨੂੰ ਤਾਂ ਛੱਡਣਾ ਹੀ ਹੈ, ਪਹਿਲਾਂ ਬਾਹਰਲਾ ਤੇ ਧੁਨ ਦੇ ਸਹਾਰੇ ਛੁੱਟਿਆ ਹੀ, ਤਾਂ ਹੀ ਧੁਨ ਦੀ ਗੱਲ ਆਈ। ਜਾਂ ਬਾਹਰਲਾ ਸ਼ਬਦ ਦੇ ਸਹਾਰੇ ਛੁੱਟਿਆ, ਸ਼ਬਦ ਤੋਂ ਫਿਰ ਧੁਨ ਆਈ, ਫਿਰ ਧੁਨ ਵੀ ਦ੍ਰਿਸ਼ ਹੈ, ਦੇਖੋ ਉਹਨੂੰ ਵੀ ਛੱਡਣਾ ਹੈ। ਤੇ ਧਿਆਨ ਉਧਰ ਨੂੰ ਜਾਵੇਗਾ ਜਿਹੜਾ ਧਿਆਨ ਲਾ ਰਿਹਾ ਹੈ, ਦ੍ਰਿਸ਼ਟਾ ਹੈ। ਕਿਉਂਕਿ ਦ੍ਰਿਸ਼ਟਾ ਤੁਹਾਡਾ ਮਨ ਹੈ, ਉਹ ਵੀ ਮਿਟੇਗਾ, ਤਿੰਨੇ ਹੀ ਮਿਟ ਜਾਂਦੇ ਆ।
ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਹੋ ਹੀ ਮੈਂ ਕਹਿੰਦਾ ਹਾਂ ਨਾ, ਅਗਰ ਤੁਸੀਂ ਸਾਰਿਆਂ ਨੂੰ ਹੀ ਸੁਣੀ ਗਏ ਤੇ ਤੁਸੀਂ ਵਿਚਾਰਾਂ ਦੇ ਤਲ ਤੇ ਉਲਝ ਜਾਓਗੇ, ਕਿਉਂਕਿ ਬਹੁਤ ਸੂਖਸ਼ਮ ਭੇਦ ਹੈ, ਤੁਹਾਡੀ ਪਕੜ ਵਿੱਚ ਨਹੀਂ ਆ ਰਿਹਾ ਹੈ। ਕਈ ਕਹਿ ਵੀ ਦਿੰਦੇ ਹਨ ਪ੍ਰੇਮੀ ਵੀ ਅਸੀਂ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਸੁਣਿਆ ਹੈ, ਕਿਸੇ ਨਾ ਕਿਸੇ ਦਾ ਨਾਂ ਲੈ ਕੇ ਕਹਿ ਦਿੰਦੇ ਹਨ ਵੀ ਤੁਹਾਡੀਆਂ ਗੱਲਾਂ ਵੀ ਵੈਸੀਆਂ ਹੀ ਹਨ। ਨਹੀਂ, ਹੋ ਨਹੀਂ ਸਕਦੀਆਂ। ਫਰਕ ਹੋਵੇਗਾ, ਓਪਰੀ ਤਰਲ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਹੈ। ਤੁਸੀਂ ਬਾਹਰ ਬਾਹਰ ਸੁਣ ਰਹੇ ਹੋ ਤੇ ਬਾਹਰੋਂ ਥੋੜ੍ਹੀ ਪਤਾ ਲੱਗਦਾ ਹੈ। ਤੁਸੀਂ ਆਪਣੀ ਗਹਿਰਾਈ 'ਚ ਜਾਓਗੇ ਤਾਂ ਪਤਾ ਲੱਗੇਗਾ, ਤਾਂ ਸਾਫ਼ ਹੋਵੇਗਾ। ਤੇ ਸਾਫ਼ ਹੋ ਰਿਹਾ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਪਤਾ ਲੱਗ ਰਿਹਾ ਹੈ ਭੇਦ ਹੈ। ਤੇ ਇਹ ਖਿਆਲ ਵਿੱਚ ਰੱਖਣ ਯੋਗ ਹੈ। ਇਹ ਕਹਿ ਰਹੇ ਹਨ ਨਾ, ਦ੍ਰਿਸ਼ ਤੋਂ ਧਿਆਨ ਨਹੀਂ ਹਟਾਉਣਾ ਹੈ। ਇਹੋ ਹੀ ਫਰਕ ਹੈ, ਖਿਆਲ ਵਿੱਚ ਰੱਖੋ। ਕੋਈ ਨਹੀਂ ਕਹਿ ਰਿਹਾ ਹੈ ਦ੍ਰਿਸ਼ ਤੋਂ ਧਿਆਨ ਹਟਾਉਣ ਨੂੰ। ਦੇਖੋ, ਐਡਾ ਵੱਡੇ ਪ੍ਰਚਾਰਕ ਵੀ ਜਿਹੜੇ, ਜਿਨ੍ਹਾਂ ਨੂੰ ਲੱਖਾਂ ਲੋਕ ਸੁਣ ਰਹੇ ਹਨ, ਇਹਨਾਂ ਨੂੰ ਬਹੁਤ ਇਹਨਾਂ ਦੇ ਭਗਤ ਹਨ, ਸ਼ਿਸ਼ ਹਨ, ਇਹ ਵੀ ਇਹ ਗੱਲ ਨਹੀਂ ਕਹਿ ਰਹੇ ਹਨ ਵੀ ਦ੍ਰਿਸ਼ਮਾਨ ਹੈ ਸਗਲ ਮਥੇਨਾ, ਵੀ ਇਹਦੇ ਤੋਂ ਧਿਆਨ ਹਟਾਉਣਾ ਹੈ। ਡਰਦੇ ਹਨ ਧਿਆਨ ਹਟਾਉਣ ਤੋਂ। ਸੰਸਾਰ ਕੌਣ ਹਟਾਉਣਾ ਚਾਹੁੰਦਾ ਹੈ? ਤੇ ਦ੍ਰਿਸ਼ ਤੋਂ ਧਿਆਨ ਨਹੀਂ ਹਟਾਉਣਾ ਚਾਹੁੰਦੇ। ਤਾਂ ਜਿੰਨਾ ਚਿਰ ਦ੍ਰਿਸ਼ ਤੋਂ ਧਿਆਨ ਨਹੀਂ ਹਟੇਗਾ ਨਾ, ਉਹਨਾਂ ਚਿਰ ਤੁਸੀਂ ਆਪਣੇ ਮੂਲ ਦ੍ਰਿਸ਼ਟਾ ਵੱਲੋਂ ਨਹੀਂ ਆਓਗੇ। ਸਿਰਫ ਖਿਆਲ ਕਰਕੇ ਮੈਂ ਦ੍ਰਿਸ਼ਟਾ ਹਾਂ, ਦ੍ਰਿਸ਼ਟਾ 'ਚ ਥੋੜ੍ਹੀ ਆ ਜਾਓਗੇ। ਦ੍ਰਿਸ਼ ਵੱਲੋਂ ਧਿਆਨ ਹਟੂਗਾ। ਦ੍ਰਿਸ਼ ਵੱਲ ਧਿਆਨ ਜਾ ਕਿਉਂ ਰਿਹਾ ਹੈ? ਵਾਸ਼ਨਾਵਾਂ, ਕਾਮਨਾਵਾਂ, ਇੱਛਾਵਾਂ ਕਰਕੇ। ਇਹ ਛੱਡਣ ਨੂੰ ਇਹ ਕਹਿ ਨਹੀਂ ਰਹੇ ਹਨ। ਸੰਸਾਰ ਦੀ ਚਾਹਤ ਛੱਡੋ, ਪਾਉਣ ਦੀ ਇੱਛਾ ਛੱਡੋ, ਇਹ ਤੇ ਕਹਿ ਹੀ ਨਹੀਂ ਰਹੇ ਹਨ। ਦ੍ਰਿਸ਼ ਤੋਂ ਧਿਆਨ ਹਟੂਗਾ ਕਿਵੇਂ? ਤੇ ਦ੍ਰਿਸ਼ ਤੋਂ ਧਿਆਨ ਹਟਾਉਣਾ ਔਖਾ ਨਹੀਂ ਹੈ। ਫਿਰ ਦੂਸਰੀ ਗੱਲ ਇਹ ਹੈ, ਖਿਆਲ ਵਿੱਚ ਰੱਖਣ ਯੋਗ ਹੈ, ਵੀ ਸਾਰੇ ਦ੍ਰਿਸ਼ ਤੇ ਤੁਸੀਂ ਧਿਆਨ ਥੋੜ੍ਹੀ ਰੱਖਦੇ ਹੋ ਸਦਾ ਹੀ। ਜਦੋਂ ਬਾਹਰ ਦੇ ਕੰਮ ਕਰਦੇ ਹੋ, ਦੁਕਾਨ ਦਾ ਕੋਈ ਕੰਮ ਕਰਦਾ ਹੈ ਜਾਂ ਬਾਹਰ ਕੋਈ ਕਾਰੋਬਾਰ ਕਰਦਾ ਹੈ, ਉਦੋਂ ਬਾਹਰ ਧਿਆਨ ਹੁੰਦਾ ਹੈ, ਤੁਹਾਡਾ ਘਰ ਨਹੀਂ ਹੁੰਦਾ। ਜਦੋਂ ਘਰ ਆ ਜਾਂਦੇ ਹੋ, ਫਿਰ ਬਾਹਰਲਾ ਧਿਆਨ ਛੁੱਟ ਜਾਂਦਾ ਹੈ। ਤੇ ਜਦੋਂ ਧਿਆਨ ਛੁੱਟ ਜਾਂਦਾ ਹੈ, ਉਹ ਹਿੱਸਾ ਮਰ ਥੋੜ੍ਹੀ ਜਾਂਦਾ ਹੈ, ਜਾਂ ਤੁਹਾਡੇ ਅੰਦਰੋਂ ਭੁੱਲ ਥੋੜ੍ਹੀ ਜਾਂਦਾ ਹੈ। ਵਿਚਾਰ ਦੇ ਤਲ ਤੇ ਬੜਿਆ ਹੀ ਰਹਿੰਦਾ ਹੈ ਨਾ। ਸਾਰਿਆਂ ਨੂੰ ਇੱਕੋ ਵਾਰ ਤੁਸੀਂ ਯਾਦ ਥੋੜ੍ਹੀ ਰੱਖਦੇ ਹੋ। ਜਦੋਂ ਕੋਈ ਕੰਮ ਕਰਦੇ ਹੋ, ਜਿਹੜਾ ਕਰਦੇ ਹੋ, ਧਿਆਨ ਤੁਹਾਡਾ ਉੱਥੇ ਹੈ, ਬਾਕੀ ਤੇ ਭੁੱਲਿਆ ਹੀ ਹੈ ਨਾ ਸੰਸਾਰ ਤੁਹਾਡੇ। ਜਦੋਂ ਆਹ ਰਿਕਾਰਡਿੰਗ ਸੁਣ ਰਹੇ ਹੋ ਤੁਸੀਂ, ਧਿਆਨ ਤੁਹਾਡਾ ਇੱਥੇ ਹੈ, ਬਾਕੀ ਸੰਸਾਰ ਭੁੱਲ ਗਿਆ ਸਾਰਾ। ਤੁਹਾਨੂੰ ਖਿਆਲ ਵਿੱਚ ਨਹੀਂ ਹੈ, ਧਿਆਨ ਇੱਥੇ ਹੈ ਤੁਹਾਡਾ। ਉਹ ਮਿਟ ਥੋੜ੍ਹੀ ਗਿਆ ਹੈ। ਵਿਚਾਰ ਦੇ ਤਲ ਤੇ ਹੈ ਹੀ ਨਾ। ਖਿਆਲ ਭੁੱਲ ਗਿਆ, ਹੁਣ ਸੋਚ ਨਹੀਂ ਰਹੇ ਹੋ ਤੁਸੀਂ। ਤੇ ਸੋਚੋ ਨਹੀਂ, ਸੋਚੋਗੇ ਨਾ ਤੇ ਸੰਸਾਰ ਮਿਟ ਨਹੀਂ ਜਾਂਦਾ ਹੈ। ਸੰਸਾਰ ਤੇ ਚੱਲਦਾ ਹੀ ਰਹੇਗਾ, ਪਰ ਤੁਹਾਡੇ ਵਾਸਤੇ ਸੰਸਾਰ ਨਹੀਂ ਹੋਵੇਗਾ। ਜਿਹਨੂੰ ਯਾਦ ਕਰੋਗੇ ਉਹ ਹੀ ਹੋਵੇਗਾ। ਜਿਹਦਾ ਤੁਸੀਂ ਚੇਤਾ ਕਰਦੇ ਹੋ ਉਹ ਹੀ ਹੁੰਦਾ ਹੈ। ਇਸ ਕਰਕੇ ਸੰਸਾਰ ਸਾਰਿਆਂ ਦਾ ਭਿੰਨ ਭਿੰਨ ਹੁੰਦਾ ਹੈ। ਵਿਚਾਰਧਾਰਾ ਭਿੰਨ ਭਿੰਨ ਹੈ, ਸੋਚ ਭਿੰਨ ਭਿੰਨ ਹੈ। ਤੁਸੀਂ ਭਿੰਨ ਭਿੰਨ ਢੰਗ ਦੇ ਨਾਲ ਦੇਖ ਰਹੇ ਹੋ। ਤੇ ਹਰ ਇੱਕ ਦਾ ਵੱਖ ਵੱਖ ਹੁੰਦਾ ਹੈ। ਜਿਵੇਂ ਵੱਖ ਵੱਖ ਸ਼ੀਸ਼ੇ ਲਾਏ ਹੋਣ, ਕਿਸੇ ਨੇ ਐਨਕ ਕਾਲੀ ਲਾਈ, ਕਿਸੇ ਨੇ ਹਰੀ ਲਾਈ, ਕਿਸੇ ਨੇ ਪੀਲੀ ਲਾਈ। ਇੱਦਾਂ ਹੀ ਹੁਣ ਕੋਈ ਬਾਜ਼ਾਰ ਵਿੱਚ ਦੀ ਜਾ ਰਿਹਾ ਹੈ, ਉਹਨੂੰ ਇਸਤਰੀਆਂ ਦਿਖਾਈ ਦੇ ਰਹੀਆਂ, ਉਹਦੀ ਅੱਖਾਂ ਦੇ ਉੱਤੇ ਕਾਮ ਵਾਸ਼ਨਾ ਦਾ ਚਸ਼ਮਾ ਲੱਗਾ ਹੋਇਆ। ਕੋਈ ਭੁੱਖਾ ਹੈ ਵਿਚਾਰਾ ਮਾਤੜ, ਕਈ ਦਿਨ ਤੋਂ ਰੋਟੀ ਨਹੀਂ ਖਾਧੀ ਹੈ, ਉਹਨੂੰ ਹੋਟਲ ਹੀ ਹੋਟਲ ਦਿਖਾਈ ਦਿੰਦੇ ਹਨ। ਸਮੈਲਾਂ ਆ ਰਹੀਆਂ ਚਾਰ ਚੁਫੇਰੇ ਤੋਂ, ਹੋਰ ਕੁਛ ਦੇਖ ਹੀ ਨਹੀਂ ਰਿਹਾ ਹੈ। ਤੇ ਕਿਸੇ ਦੇ ਧਨ ਦਾ ਚਸ਼ਮਾ ਲੱਗਾ ਹੋਇਆ ਅੱਖਾਂ ਤੇ, ਉਹ ਧਨ ਹੀ ਧਨ, ਪੈਸਾ ਹੀ ਪੈਸਾ ਦੇਖ ਰਿਹਾ ਹੈ, ਸੁਪਨੇ ਲੈ ਰਿਹਾ ਹੈ ਪੈਸੇ। ਤੇ ਹਰ ਇੱਕ ਦਾ ਸੰਸਾਰ ਅਲੱਗਾ ਹੈ, ਕਿਉਂਕਿ ਵਾਸ਼ਨਾ ਅਲੱਗਾ ਹੈ, ਚਾਹਤ ਅਲੱਗਾ ਹੈ। ਤੇ ਸੰਸਾਰ ਅਲੱਗਾ ਢੰਗ ਦੇ ਨਾਲ ਤੁਸੀਂ ਦੇਖ ਰਹੇ ਹੋ।
देख रहे हो अपनी वासना करके। अगर वासना कोई ना होवेगी ना, फिर संसार वैसा दिखाई नहीं देवेगा जैसा है। ਤੇ ਤੁਹਾਡੀ ਇੱਛਾ ਚਾਹਤ, ਕੱਲ ਹੀ ਮੈਂ ਕਿਹਾ ਹੈ ਨਾ, ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜ। ਜਿੰਨਾ ਚਿਰ ਸੰਸਾਰ 'ਚ ਸੰਤੁਸ਼ਟੀ ਨਹੀਂ ਹੈ, ਤ੍ਰਿਪਤੀ ਨਹੀਂ ਹੈ, ਉਹਨਾਂ ਚਿਰ ਤੁਸੀਂ ਸੰਸਾਰ ਦੇ ਨਾਲ ਜੁੜੇ ਰਹੋਗੇ। ਦ੍ਰਿਸ਼ ਨੂੰ ਦੇਖਦੇ ਰਹੋ, ਤੇ ਦ੍ਰਿਸ਼ ਦੇ ਹੀ ਵਿਚਾਰ ਕਰ ਰਹੇ ਹੋ ਤੁਸੀਂ, ਤੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ। ਫਿਰ ਅਗਰ ਤੁਸੀਂ ਸੋਚ ਲਓ ਅਸੀਂ ਦ੍ਰਿਸ਼ਟਾ ਹਾਂ, ਤੇ ਤੁਸੀਂ ਅੰਦਰ ਅੰਦਰ ਵਿਚਾਰ ਕਰਦੇ ਰਹੋਗੇ, ਦ੍ਰਿਸ਼ ਦੀ ਸੋਚਦੇ ਰਹੋਗੇ ਮੈਂ ਦ੍ਰਿਸ਼ਟਾ ਹਾਂ, ਤੇ ਮਨ ਦੇ ਤਲ ਤੇ ਫਿਰ ਦਾਰਸ਼ਨਿਕ ਹੋ ਜਾਓਗੇ, ਵਿਚਾਰਕ ਹੋ ਜਾਓਗੇ। ਬਹੁਤ ਹੋ ਰਹੇ ਹਨ ਅਜੋਕੇ ਸਮੇਂ 'ਚ, ਐਸਾ ਹੀ ਹੋ ਰਿਹਾ। ਹੁਣ ਦੂਸਰੀ ਗੱਲ ਇਹਨਾਂ ਨੇ ਕੀਤੀ ਹੈ ਵੀ ਗੀਤਾ ਦੇ ਵਿੱਚ ਲਿਖਿਆ ਹੋਇਆ ਹੈ ਵੀ ਗੁਣ ਹੀ ਗੁਣਾਂ ਦੇ ਵਿੱਚ ਵਰਤ ਰਹੇ ਹਨ। ਤੁਸੀਂ ਕਰਤਾ ਨਹੀਂ ਹੋ, ਤੁਸੀਂ ਕੁਛ ਕਰ ਨਹੀਂ ਰਹੇ ਹੋ। ਇਹ ਗੀਤਾ ਦੇ ਵਿੱਚ ਲਿਖਿਆ ਹੋਇਆ ਹੈ, ਗੁਣ ਹੀ ਗੁਣਾਂ ਦੇ ਵਿੱਚ ਵਰਤ ਰਹੇ ਹਨ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨਾਂ ਗੁਣਾਂ ਦੇ ਵਿੱਚ ਪ੍ਰਕਿਰਤੀ ਵਰਤ ਰਹੀ ਹੈ। ਤੇ ਜੋ ਕੁਛ ਵੀ ਹੋ ਰਿਹਾ ਤਿੰਨਾਂ ਗੁਣਾਂ ਦੇ ਵਿੱਚ ਹੋ ਰਿਹਾ। ਤੁਸੀਂ ਕੁਛ ਨਹੀਂ ਕਰ ਰਹੇ ਹੋ। ਕ੍ਰਿਸ਼ਨ ਜੀ ਕਹਿ ਰਹੇ ਹਨ ਅਰਜਨ ਕਿ ਤੂੰ ਕੁਛ ਨਹੀਂ ਕਰ ਰਿਹਾ, ਇਹ ਤੇ ਗੁਣਾਂ ਦੁਆਰਾ ਹੀ ਸਭ ਕੁਛ ਹੋ ਰਿਹਾ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇੱਕ ਕਦਮ ਹੋਰ ਅੱਗੇ ਲਿਆ ਹੈ। ਉਹਦਾ ਵੀ ਇੱਕ ਕਾਰਨ ਹੈ। ਕਾਰਨ ਇਹ ਹੈ ਵੀ ਹਿੰਦੂ ਇਹ ਗੱਲ ਨੂੰ ਖਿਆਲ ਵਿੱਚ ਰੱਖ ਕੇ ਵੀ ਗੁਣ ਹੀ ਮਹੱਤਵਪੂਰਨ ਹਨ, ਤੇ ਗੁਣਾਂ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ। ਗੁਣਾਂ ਨੂੰ ਹੀ ਦੇਵੀ ਦੇਵਤੇ ਬਣਾ ਲਿਆ। ਬ੍ਰਹਮਾ, ਸ਼ਿਵ ਤੇ ਵਿਸ਼ਨੂੰ ਗੁਣ ਹੀ ਹਨ ਨਾ, ਉਹਨਾਂ ਨੂੰ ਦੇਵੀ ਦੇਵਤੇ ਬਣਾ ਕੇ ਤੇ ਮੂਰਤੀਆਂ ਬਣਾ ਕੇ ਤੇ ਉਹਨਾਂ ਦੀ ਹੀ ਪੂਜਾ ਕਰਤੀ ਵੀ ਇਹ ਗੁਣਾਂ ਸਹਾਰੇ ਸਾਰਾ ਕੁਛ ਹੋ ਰਿਹਾ, ਤੇ ਗੁਣਾਂ ਨੂੰ ਪ੍ਰਸੰਨ ਕਰੋ। ਤੇ ਇਹ ਗੁਣਾਂ ਦੀ ਹੀ ਪੂਜਾ ਸ਼ੁਰੂ ਹੋ ਗਈ। ਤੇ ਬਾਬੇ ਨਾਨਕ ਨੇ ਦੇਖਿਆ ਵੀ ਇਹ ਲੋਕ ਤੇ ਸਾਰੇ ਦੇਵੀ ਦੇਵਤੇ ਹੀ ਬਣਾ ਕੇ ਬੈਠ ਗਏ ਹਨ, ਉਹਨਾਂ ਦੀ ਹੀ ਪੂਜਾ ਕਰੀ ਜਾਂਦੇ ਆ। ਤਾਂ ਉਹਨਾਂ ਨੇ ਫਿਰ ਆਪਣੇ ਸਿੱਖਾਂ ਨੂੰ ਕਿਹਾ, ਹਦਾਇਤ ਦਿੱਤੀ, ਉਪਦੇਸ਼ ਵੀ ਦਿੱਤਾ ਹੋਇਆ, ਤੁਸੀਂ ਪੜ੍ਹਦੇ ਵੀ ਹੋ। ਏਕਾ ਮਾਈ ਜੁਗਤ ਵਿਹਾਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਵੇਖੇ ਉਹ ਨਦਰ ਨਾ ਆਵੇ ਬਹੁਤਾ ਇਹ ਬਣਾ। ਕਹਿੰਦੇ ਇਹ ਜਿਹੜੇ ਗੁਣ ਹਨ ਨਾ, ਇਹ ਵੀ ਪਰਮਾਤਮਾ ਦੇ ਦੁਆਰਾ ਹੀ ਚੱਲ ਰਹੇ ਹਨ। ਜੋ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਜਿਵੇਂ ਉਹਦਾ ਫਰਮਾਨ ਹੈ, ਜਿਵੇਂ ਉਹ ਚਲਾਉਣਾ ਚਾਹੁੰਦਾ ਹੈ ਨਾ, ਵੈਸੇ ਹੀ ਗੁਣ ਚੱਲ ਰਹੇ ਹਨ ਤਿੰਨੇ। ਗੁਣ ਵੀ ਪਰਮਾਤਮਾ ਦੇ ਅੰਡਰ ਦੇ ਵਿੱਚ ਹਨ। ਇਸ ਕਰਕੇ ਕਰਤਾ ਪੁਰਖ ਪਰਮਾਤਮਾ ਹੈ, ਉਹਨਾਂ ਨੇ ਗੁਣਾਂ ਨੂੰ ਨਹੀਂ ਕਿਹਾ ਹੈ। ਇਹ ਇੱਕ ਫਰਕ ਹੈ। ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਗੁਣਾਂ ਨੂੰ ਕਿਹਾ ਹੈ, ਉਹ ਵੀ ਠੀਕ ਹੈ। ਪਰ ਜਿਹੜੇ ਦਾਰਸ਼ਨਿਕ ਸਨ, ਵਿਚਾਰਕ ਸਨ, ਗੀਤਾ ਨੂੰ ਪੜ੍ਹਨ ਵਾਲੇ ਜ਼ਿਆਦਾ, ਤਾਂ ਉਹ ਸੋਚਣ ਲੱਗ ਪਈ ਇਹ ਗੁਣ ਹੀ ਮਹੱਤਵਪੂਰਨ ਹਨ, ਗੁਣਾਂ ਕਰਕੇ ਸਭ ਕੁਛ ਹੋ ਰਿਹਾ ਹੈ, ਤੇ ਗੁਣਾਂ ਦੀ ਪੂਜਾ ਕਰੋ, ਗੁਣਾਂ ਨੂੰ ਪ੍ਰਸੰਨ ਕਰੋ। ਤੇ ਉਹ ਦੇਵੀ ਦੇਵਤਾ ਬਣਾ ਲਏ, ਤੇ ਉਹਨਾਂ ਦੀ ਪੂਜਾ ਆਰੰਭ ਕਰ ਦਿੱਤੀ, ਉਹਨਾਂ ਦੀ ਆਰਤੀ ਕਰਦੇ ਹਨ, ਤੇ ਉਹਨਾਂ ਨੂੰ ਪ੍ਰਸੰਨ ਕਰਦੇ ਹਨ ਵੀ ਕਿਰਪਾ ਰੱਖਿਓ।
ਤੇ ਸਤਵ ਗੁਣ ਦੇ ਜਿਹੜੇ ਪ੍ਰਤੀਕ ਹਨ ਵਿਸ਼ਨ ਜੀ, ਉਹਨਾਂ ਦੀ ਸਾਰਿਆਂ ਨੂੰ ਵੱਧ ਪੂਜਾ ਹੁੰਦੀ, ਕਿਉਂਕਿ ਸਤਵ ਗੁਣ ਦੇ ਵਿੱਚ ਸਾਰੇ ਚਾਹੁੰਦੇ ਹਨ ਜਾਣ। ਤੇ ਤਮੋ ਗੁਣ ਦੀ ਤਾਂ ਪੂਜਾ ਹੁੰਦੀ ਹੈ ਵੀ ਉਹਦੇ ਕੋਲ ਬਚ ਕੇ ਰਹੀਏ, ਸ਼ਿਵ ਜੀ ਕੋਲੋਂ ਮਾਰ ਨਾ ਦੇਵੇ ਕਿਤੇ। ਤੇ ਰਜੋ ਗੁਣ ਦੀ ਬਹੁਤ ਘੱਟ ਪੂਜਾ ਹੁੰਦੀ ਹੈ। ਤੇ ਪੂਜਾ ਇਹਨਾਂ ਗੁਣਾਂ ਦੀ ਸ਼ੁਰੂ ਹੋ ਗਈ। ਪੂਜਾ ਕਰਦੇ ਹਨ ਲੋਕ, ਹੁਣ ਵੀ ਕਰਦੇ ਹਨ। ਤੇ ਇਹ ਜੋ ਸਵਾਮੀ ਜੀ ਹਨ, ਇਹ ਕਹਿ ਰਹੇ ਹਨ ਵੀ ਕਰਤਾ ਜਿਹੜਾ ਹੈ ਨਾ, ਜੋ ਕਰ ਰਿਹਾ ਹੈ, ਜੋ ਹੋ ਰਿਹਾ ਹੈ, ਗੁਣਾਂ ਕਰਕੇ ਹੋ ਰਿਹਾ ਹੈ। ਇਹੋ ਹੀ ਗੀਤਾ ਦੇ ਵਿੱਚ ਲਿਖਿਆ ਹੋਇਆ। ਪਰ ਬਾਬੇ ਨਾਨਕ ਨੇ ਕਰਤਾ ਪੁਰਖ ਪਰਮਾਤਮਾ ਨੂੰ ਕਿਹਾ, ਤੂੰ ਕਰਤਾ ਕਰਣਾ ਮੈਂ ਨਾ ਹੀ, ਜੇ ਹਉ ਕਰੀ ਨਾ ਹੋਈ। ਪਰਮਾਤਮਾ ਹੈ ਕਰਤਾ ਪੁਰਖ, ਸ਼ੁਰੂਆਤ 'ਚ ਤੁਸੀਂ ਪੜ੍ਹਦੇ ਹੋ। ਜਿਹਨੇ ਹਉਮੈ ਛੱਡੀ ਹੈ, ਜੋ ਹਉਮੈ ਤਜੇ ਕਰਤਾ ਰਾਮ ਪਹਿਚਾਨ। ਉਹ ਰਾਮ ਹੈ ਕਰਤਾ ਪੁਰਖ, ਉਹ ਕਰ ਰਿਹਾ ਹੈ, ਉਹਦੇ ਅੰਦਰ ਹੈ ਸਭ ਕੁਝ ਪਰਮਾਤਮਾ ਦੇ, ਪਰਮਾਤਮਾ ਹੀ ਕਰ ਰਿਹਾ ਹੈ। ਉਹਦੇ ਦੁਆਰਾ ਹੋ ਰਿਹਾ ਹੈ। ਤੇ ਗੁਣ ਵੀ ਜਿਹੜੇ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਵੀ ਪਰਮਾਤਮਾ ਦੇ ਅਧੀਨ ਹਨ। ਉਹਦੇ ਦੁਆਰਾ ਚੱਲ ਰਿਹਾ ਹੈ ਸਭ ਕੁਝ। ਉਹਨਾਂ ਨੇ ਇਹ ਵੀ ਕਿਹਾ ਹੈ, ਉਹ ਵੇਖੇ ਉਹ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਣ। ਕਹਿੰਦੇ ਹੈਰਾਨਗੀ ਦੀ ਗੱਲ ਹੈ ਵੀ ਇਹ ਜਿਹੜੇ ਤਿੰਨ ਗੁਣ ਹਨ, ਇਹ ਵੀ ਪਰਮਾਤਮਾ ਨੂੰ ਨਹੀਂ ਦਿਖ ਪਾਉਂਦੇ, ਸਮਝ ਪਾਉਂਦੇ ਆ, ਕਿਉਂਕਿ ਇਹ ਵੀ ਪਰਮਾਤਮਾ ਦੇ ਅੰਦਰ ਹਨ, ਥੱਲੇ ਆ। ਤੇ ਗੁਰਮੁਖ ਪਿਆਰਾ ਗੁਣਾਂ ਤੋਂ ਹੀ ਪਾਰ ਚਲੇ ਜਾਂਦਾ ਹੈ। ਇਹੋ ਕਿਹਾ ਹੈ ਨਾ, ਤ੍ਰਿਕੁਟੀ ਛੁੱਟੈ ਦਸਵਾਂ ਦਰ ਖੁੱਲ੍ਹੈ, ਤਉ ਮਨ ਖੀਵਾ ਪਾਈ। ਤ੍ਰਿਕੁਟੀ ਕੀ ਹੈ? ਇਹ ਤਿੰਨ ਗੁਣ। ਤ੍ਰੈ ਗੁਣੀ ਮਾਇਆ ਕਹਿ ਦਿੰਦੇ ਹਾਂ ਆਪਾਂ। ਤੇ ਤ੍ਰੈ ਗੁਣ ਮਾਇਆ ਤੋਂ ਪਾਰ ਜਾਣਾ ਹੈ। ਤੇ ਦ੍ਰਿਸ਼ਟ ਦਰਸ਼ਨ ਤੇ ਦ੍ਰਿਸ਼ਟਾ ਤੋਂ ਵੀ ਪਿੱਛੇ ਜਾਣਾ ਹੈ। ਪਰ ਇਹ ਜਿਹੜੇ ਗਿਆਨਵਾਨ ਪੁਰਸ਼ ਹਨ ਨਾ, ਇਹ ਦ੍ਰਿਸ਼ਟਾ ਤੱਕ ਲੈ ਕੇ ਜਾਂਦੇ ਹਨ। ਇਸ ਕਰਕੇ ਇਹ ਦਾਰਸ਼ਨਿਕ ਲੋਕਾਂ ਨੂੰ ਬਣਾ ਦਿੰਦੇ ਹਨ, ਵਿਚਾਰਕ ਬਣਾ ਦਿੰਦੇ ਹਨ। ਹੁਣ ਜਿਸ ਢੰਗ ਨਾਲ ਇਹ ਕਹਿ ਰਹੇ ਹਨ, ਕਹਿੰਦੇ ਹਨ ਵੀ ਗੀਤਾ ਦੇ ਟੀਕੇ ਹਰ ਭਾਸ਼ਾ ਦੇ ਵਿੱਚ ਉਪਲਬਧ ਹਨ। ਜਿਹੜੀ ਵੀ ਭਾਸ਼ਾ 'ਚ ਲੈਣਾ ਚਾਹੋ ਤੁਸੀਂ ਲਓ, ਉਹਨੂੰ ਪੜ੍ਹਿਆ ਕਰੋ, ਉਹਨੂੰ ਵਿਚਾਰਿਆ ਕਰੋ ਰੋਜ਼। ਅਗਰ ਨਾ ਸਮਝ ਵਿੱਚ ਆਏ ਤਾਂ ਕਿਸੇ ਕੋ ਪੁੱਛਿਆ ਕਰੋ। ਤੇ ਦੂਸਰੇ को पूछो, एक को ना पता लगे दूसरे को पूछो, दूसरे को पता ना लगे तीसरे को पूछो। भाव के मन के तल ते तुसी विचारते रहो, पुछते रहो, समझते रहो। ते ज्ञान का मार्ग होया ना। इस ज्ञान के मार्ग ते बहुत घट ख्याल विच रखो। अरबां खरबां चों कोई पार लंघदा है, क्योंकि ये बहुत कठिन है मार्ग। इहदे च हंकार रहिंदा ही रहिंदा है। मन के तल ते ज्ञान हो जाता है, समझ आ जाती है, ज्ञाता बन बैठता है आदमी। तो इसे करके कह रहे हैं ना कि गुरु जिन्ने मर्जी बदलो, तुसी उपदेश जिन्नियां को मर्जी लो, तुसी समझना है गीता नूं। गीता नूं सिर्फ समझ के ही मन के तल ते उपलब्धि थोड़ी हो जानी। ਇਹੋ ਹੀ ਫਰਕ ਹੈ ਨਾ। ਹੁਣ ਕ੍ਰਿਸ਼ਨ ਜੀ ਕਹਿ ਰਹੇ ਹਨ ਅਰਜਨ ਨੂੰ ਉਸੇ ਗੀਤਾ ਦੇ ਵਿੱਚ ਹੀ ਵੀ ਸਾਰੇ ਧਰਮ ਧੁਰਮ ਛੱਡ ਕੇ ਨਾ ਤੂੰ ਮੇਰੀ ਸ਼ਰਨ ਆ, ਮਾਮ ਏਕੰ ਸ਼ਰਨ ਗਛ। ਇੱਦਾਂ ਦੀਆਂ ਪੰਗਤੀਆਂ ਹਨ ਵੀ ਸਾਰੇ ਧਰਮ ਧੁਰਮ ਇੱਧਰੋਂ ਉੱਧਰੋਂ ਛੱਡ ਕੇ ਨਾ ਮੇਰੀ ਸ਼ਰਨ ਆ। ਉਹ ਇਸ ਕਰਕੇ ਕਹਿ ਰਹੇ ਹਨ ਵੀ ਮੇਰੀ ਹੀ ਗੱਲ ਤੂੰ ਸਮਝੇਂਗਾ, ਕਿਉਂਕਿ ਹਰ ਇੱਕ ਦੀ ਗੱਲ ਦੇ ਵਿੱਚ ਫਰਕ ਹੋਵੇਗਾ ਤੇ ਹੈ ਹੀ। ਹੁਣ ਕੋਈ ਗੀਤਾ ਪੜ੍ਹਨ ਵਾਲਾ
ਗਿਆਨ ਸਮਝਾਉਂਦਾ ਹੈ। ਕੋਈ ਗੀਤਾ ਪੜ੍ਹਨ ਵਾਲਾ ਭਗਤੀ ਨੂੰ ਸਿੱਧ ਕਰ ਦਿੰਦਾ ਹੈ ਉਸੇ ਗੀਤਾ ਦੇ ਵਿੱਚ। ਕੋਈ ਗਿਆਨ ਯੋਗ ਨੂੰ ਸਿੱਧ ਕਰ ਰਿਹਾ ਹੈ ਜਿਵੇਂ ਕਰ ਰਹੇ ਹਨ। ਕੋਈ ਧਿਆਨ ਯੋਗ ਨੂੰ ਸਿੱਧ ਕਰ ਦਿੰਦਾ ਹੈ ਗੀਤਾ ਦੇ ਵਿੱਚ। ਤੇ ਗੀਤਾ ਦੇ ਵਿੱਚ ਅਰਥ ਬਹੁਤ ਹਨ, ਕਿਉਂਕਿ ਸ਼ਬਦ ਬਹੁਤ ਪੁਰਾਣੇ ਹਨ। ਸੰਸਕ੍ਰਿਤੀ ਦੇ ਇੱਕ ਇੱਕ ਸ਼ਬਦ ਦੇ ਹਜ਼ਾਰਾਂ ਹੀ ਅਰਥ ਹਨ, ਹਜ਼ਾਰਾਂ ਹੀ ਟੀਕੇ ਹੋਏ ਹਨ ਗੀਤਾ ਦੇ। ਨਹੀਂ ਤੇ ਕ੍ਰਿਸ਼ਨ ਨੇ ਤੇ ਇੱਕੋ ਹੀ ਗੱਲ ਕਹੀ ਹੋਵੇਗੀ ਅਰਜਨ ਨੂੰ। ਹੁਣ ਤੁਸੀਂ ਸੋਚੋ ਵੀ ਇੱਕ ਇੱਕ ਸ਼ਬਦ ਦੇ ਬਹੁਤ ਸਾਰੇ ਅਰਥ ਥੋੜ੍ਹੀ ਕਹੇ ਹਨ ਅਰਜਨ ਨੂੰ। ਅਰਜਨ ਨੂੰ ਤੇ ਇੱਕੋ ਹੀ ਗੱਲ ਕਹੀ ਹੈ, ਪਰ ਗਾਹਾਂ ਅਰਥ ਕੱਢਣ ਵਾਲੇ ਬਹੁਤ ਕੱਢ ਰਹੇ ਹਨ। ਉਹ ਕੱਢੀ ਤੁਰੇ ਜਾਂਦੇ ਹਨ ਅਰਥ ਤੇ ਅਰਥ, ਤੇ ਅਨਰਥ ਹੁੰਦਾ ਜਾਂਦਾ ਹੈ। ਤੇ ਵਾਸਤਵਿਕ ਦੇ ਵਿੱਚ ਗਿਆਨ ਦੇ ਮਾਰਗ ਤੇ ਜਿਹੜੇ ਚੱਲ ਰਹੇ ਹਨ ਉਹ ਤੇ ਇਦਾਂ ਹੀ ਕਹਿਣਗੇ ਵੀ ਤੁਸੀਂ ਸਮਝੀ ਜਾਓ, ਵਿਚਾਰੀ ਜਾਓ, ਪੜ੍ਹੀ ਜਾਓ, ਉੱਥੋਂ ਸਮਝ ਲਓ, ਉੱਥੋਂ ਸਮਝ ਲਓ, ਉਹਨੂੰ ਗੁਰੂ ਬਣਾ ਲਓ, ਉਹਨੂੰ ਗੁਰੂ ਬਣਾ ਲਓ। ਪਰ ਜਿਹੜੇ ਭਗਤੀ ਦੇ ਮਾਰਗ ਤੇ ਜਾਣ ਵਾਲੇ ਹਨ ਜਾਂ ਧਿਆਨ ਦੇ ਮਾਰਗ ਤੇ ਜਾਣ ਵਾਲੇ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਥਾਂ ਥਾਂ ਤੇ ਨਾ ਭਟਕਿਓ। ਤੁਸੀਂ ਵਿਚਾਰਕ ਬਣ ਜਾਓਗੇ, ਵਿਚਾਰਾਂ ਦੇ ਤਲ ਤੇ ਉਲਝ ਜਾਓਗੇ। ਐਸਾ ਹੀ ਹੋ ਰਿਹਾ ਹੈ। ਹਜ਼ਾਰਾਂ ਹੀ ਲੋਕ ਵਿਚਾਰਾਂ ਦੇ ਤਲ ਤੇ ਉਲਝ ਰਹੇ ਹਨ, ਕਿਉਂਕਿ ਅਜੋਕੇ ਸਮੇਂ 'ਚ ਬਹੁਤ ਸੁਵਿਧਾ ਹੈ ਸੁਣਨ ਦੀ। ਹਰ ਇੱਕ ਆਦਮੀ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਨੂੰ ਸੁਣ ਰਿਹਾ ਹੈ, ਤੇ ਕੋਈ ਨਾ ਕੋਈ ਉਹਨੂੰ ਗੱਲ ਜੱਚ ਜਾਂਦੀ ਹੈ ਆਪਣੇ ਮਨ ਦੇ ਅਨੁਕੂਲ, ਤੇ ਉਹਨੂੰ ਹੀ ਲੈ ਕੇ ਉਹ ਚੱਲ ਪੈਂਦਾ ਹੈ। ਉਹਨੂੰ ਪਤਾ ਨਹੀਂ ਹੈ ਵੀ ਜਿਹੜੀ ਮੇਰੇ ਮਨ ਦੇ ਅਨੁਕੂਲ ਹੈ ਉਹ ਵਾਸਤਵਿਕ ਦੇ ਵਿੱਚ ਮੇਰੇ ਵਾਸਤੇ ਠੀਕ ਹੋਵੇ, ਜ਼ਰੂਰੀ ਥੋੜ੍ਹੀ ਹੈ। ਦਰਅਸਲ ਜ਼ਿਆਦਾਤਰ ਜਿਹੜੀ ਗੱਲ ਤੁਹਾਡੇ ਮਨ ਦੇ ਅਨੁਕੂਲ ਹੁੰਦੀ ਹੈ ਨਾ, ਉਹ ਹੀ ਤੁਹਾਨੂੰ ਮੁਕਤ ਨਾ ਹੋਣ ਦੇਵੇਗੀ, ਤੇ ਤੁਸੀਂ ਉਹਦੇ ਨਾਲ ਹੀ ਜ਼ਿਆਦਾ ਜੁੜੋਗੇ। ਮਨ ਨੂੰ ਮਾਰਨਾ ਹੈ, ਤੇ ਮਨ ਦੇ ਅਨੁਕੂਲ ਜਿਹੜੀ ਗੱਲ ਹੈ ਉਹ ਮਰੂ ਕਿਵੇਂ ਮਨ? ਫਿਰ ਮਨ ਤੇ ਉਹਦੇ ਨਾਲ ਜੀਂਦਾ ਰਹੂਗਾ। ਇਹੋ ਹੀ ਤੇ ਮੈਂ ਕਹਿ ਰਿਹਾ ਵੀ ਧਾਰਮਿਕ ਲੋਕ ਧਾਰਮਿਕ ਉਪਦੇਸ਼ ਦਾ ਵੀ ਸਹਾਰਾ ਆਪਣੇ ਮਨ ਨੂੰ ਬਚਾਉਣ ਵਾਸਤੇ ਕਰਦੇ ਹਨ, ਲੈਂਦੇ ਹਨ। ਇੱਦਾਂ ਹੀ ਆ ਜਿਹੜੇ ਪ੍ਰਚਾਰਕ ਹਨ, ਇਹਨਾਂ ਦੇ ਉਪਦੇਸ਼ਾਂ ਦਾ ਸਹਾਰਾ ਵੀ ਤੁਸੀਂ ਆਪਣੇ ਮਨ ਨੂੰ ਬਚਾਉਣ ਵਾਸਤੇ ਲੈਂਦੇ ਹੋ, ਤੇ ਮਨ ਬਚਦਾ ਹੈ। ਤੇ ਜਿੰਨਾ ਤੁਸੀਂ ਬਚਾਈ ਜਾਓਗੇ ਨਾ, ਓਨਾ ਹੀ ਬਚੀ ਜਾਵੇਗਾ। ਤੇ ਖਿਆਲ ਵਿੱਚ ਰੱਖੋ, ਇਹ ਬਹੁਤ ਜ਼ਰੂਰੀ ਹੈ ਵੀ ਸੂਖਸ਼ਮ ਤਲ ਤੇ ਬਹੁਤ ਫਰਕ ਹੋਵੇਗਾ। ਉੱਪਰੇ ਤਲ ਤੇ ਤੁਹਾਨੂੰ ਫਰਕ ਨਹੀਂ ਲੱਗਦਾ, ਹੋ ਸਕਦਾ ਨਾ ਲੱਗਦਾ ਹੋਵੇ, ਕਈਆਂ ਨੂੰ ਨਹੀਂ ਵੀ ਲੱਗਦਾ ਹੈ, ਕਹਿਣਗੇ ਵੀ ਫਲਾਨਾ ਵੀ ਐਸੀ ਗੱਲ ਕਰ ਰਿਹਾ ਹੈ, ਪਰ ਕਿਤੇ ਨਾ ਕਿਤੇ ਜ਼ਰੂਰ ਫਰਕ ਹੋਵੇਗਾ। ਤੇ ਇਹ ਜੋ ਸ਼ਾਸਤਰਾਂ ਦੇ ਗਿਆਤਾ ਹਨ ਨਾ, ਸ਼ਾਸਤਰਾਂ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ। ਤੁਸੀਂ ਪੜ੍ਹਿਆ ਨਹੀਂ ਹੈ, ਤੁਹਾਨੂੰ ਪਤਾ ਨਹੀਂ। ਇਹ ਦ੍ਰਿਸ਼, ਇਹ ਦ੍ਰਿਸ਼ਟਾ ਦੇ ਬਹੁਤ ਭੇਦ ਕੀਤੇ ਹਨ, ਆਤਮਾ ਦੇ ਬਹੁਤ ਭੇਦ ਕੀਤੇ ਹਨ, ਕਰਤਾ ਦੇ ਬਹੁਤ ਗ੍ਰੰਥ ਹਨ, ਬਹੁਤ ਕੁਛ ਸਮਝਾਇਆ ਗਿਆ ਹੈ, ਬਹੁਤ ਢੰਗ ਨਾਲ ਸਮਝਾਇਆ ਗਿਆ ਹੈ। ਤੇ ਅਗਰ ਕਈ ਪੜ੍ਹਨ ਲੱਗ ਜਾਂਦੇ ਹਨ ਨਾ, ਵਿਚਾਰਨ ਲੱਗ ਜਾਂਦੇ ਹਨ, ਉਲਝਦੇ ਰਹਿੰਦੇ ਹਨ ਸਾਰੀ ਜ਼ਿੰਦਗੀ, ਸ਼ਬਦਾਂ ਦੇ ਵਿੱਚ ਹੀ ਉਲਝੇ ਰਹਿੰਦੇ। ਉਹ ਸ਼ਬਦਾਂ ਦੇ ਵਿੱਚ ਹੀ ਉਲਝੇ ਰਹੋਗੇ ਤੇ ਸ਼ਬਦਾਂ ਦੇ ਵਿੱਚ ਹੀ ਰਹੋਗੇ, ਮਨ ਦੇ ਤਲ ਤੇ ਵਿਚਾਰਕ ਹੀ ਬਣੇ ਰਹੋਗੇ। ਜਾਣਾ ਹੈ ਮਨ ਤੋਂ ਪਾਰ, ਇਹ ਗੱਲ ਖਿਆਲ ਵਿੱਚ ਰੱਖਿਓ। ਤੇ ਮੈਂ ਇਸੇ ਕਰਕੇ ਹੀ ਵਾਰ-ਵਾਰ ਕਹਿਣਾ ਹੈ, ਕੋਈ ਨਹੀਂ ਕਹਿ ਰਿਹਾ, ਦੇਖੋ ਇਹ ਵੀ ਨਹੀਂ ਕਹਿ ਰਹੇ ਪਰਮਾਨੰਦ ਗਿਰੀ, ਬਹੁਤ ਲੋਕ ਸੁਣਦੇ ਹਨ ਇਹਨਾਂ ਨੂੰ, ਇਹ ਵੀ ਕਹਿ ਰਹੇ ਹਨ ਵੀ ਦ੍ਰਿਸ਼ ਤੋਂ ਧਿਆਨ ਨਹੀਂ ਹਟਾਉਣਾ। ਤੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿਹੜਾ ਮਿਥਿਆ ਝੂਠ ਹੀ ਹੈ ਉਹਦੇ ਵੱਲੋਂ ਧਿਆਨ ਹਟਾਉਣ ਦੇ ਵਿੱਚ ਹਾਨੀ ਕੀ ਹੈ? ਜਿਵੇਂ ਰਾਤ ਦਾ ਸੁਪਨਾ ਹੈ, ਤੁਸੀਂ ਦਿਨੇ ਧਿਆਨ ਹਟਾ ਲੈਂਦੇ ਹੋ, ਇੱਦਾਂ ਹੀ ਇਹ ਸੁਪਨਾ ਹੈ। ਹੁਣ ਸਾਰੇ ਜਗਤ ਵੱਲ ਤੁਹਾਡਾ ਧਿਆਨ ਥੋੜ੍ਹੀ ਹੈ, ਥੋੜ੍ਹੇ ਪਾਸੇ ਵੱਲ ਹੈ ਨਾ, ਤਾਂ ਬਾਕੀ ਵੱਲ ਹਟਿਆ ਤਾਂ ਜਗਤ ਮਰ ਤੇ ਨਹੀਂ ਗਿਆ, ਬਿਟ ਤੇ ਨਹੀਂ ਗਿਆ, ਹੈ ਹੀ ਨਾ। ਤੇ ਧਿਆਨ ਹਟਾਉਣ ਨੂੰ ਨਹੀਂ ਕੋਈ ਕਹਿ ਰਿਹਾ ਹੈ,
ਸੰਸਾਰ ਵੱਲੋਂ। ਸੰਸਾਰ ਨੂੰ ਝੂਠ ਕੋਈ ਨਹੀਂ ਕਹਿ ਰਿਹਾ ਹੈ, ਸੱਤ ਕੋਈ ਨਹੀਂ ਕਹਿ ਰਿਹਾ ਹੈ। ਇਹ ਤੇ ਜਾਗਤਰ ਪੁਰਸ਼ ਹੀ ਕਹਿੰਦੇ ਹਨ। ਬਾਬੇ ਨਾਨਕ ਨੇ ਕਿਹਾ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ। ਤੇ ਝੂਠ ਵੱਲੋਂ ਧਿਆਨ ਹਟਾਉਣਾ ਹੈ। ਤੁਹਾਨੂੰ ਵੀ ਇਸੇ ਕਰਕੇ ਹੀ ਰਿਕਾਰਡਿੰਗਾਂ ਚੰਗੀਆਂ ਲੱਗਦੀਆਂ ਹਨ, ਕਿਉਂਕਿ ਇਹ ਗੱਲ ਨਹੀਂ ਕਹਿ ਰਹੇ ਹਨ ਕਿ ਦ੍ਰਿਸ਼ ਵੱਲੋਂ ਧਿਆਨ ਹਟਾਉਣਾ ਹੈ। ਇਸੇ ਕਰਕੇ ਮੈਨੂੰ ਮੇਦ ਪਸੰਦ ਆਉਂਦੀਆਂ ਹਨ ਬਹੁਤਿਆਂ ਨੂੰ। ਮੈਂ ਕਹਿੰਦਾ ਹਾਂ ਦ੍ਰਿਸ਼ ਵੱਲੋਂ ਧਿਆਨ ਹਟਾਉਣਾ ਹੈ, ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਸੰਸਾਰ ਦੀਆਂ ਵਾਸ਼ਨਾਵਾਂ ਕਾਮਨਾਵਾਂ ਛੱਡਣੀਆਂ ਹੈ, ਚਾਹਤਾਂ ਛੱਡਣੀਆਂ। ਜਿੰਨਾ ਚਿਰ ਸੰਸਾਰ ਵੱਲੋਂ ਸੰਤੁਸ਼ਟ ਨਾ ਹੋਵੋਗੇ ਤੁਸੀਂ ਆਪਣੇ ਵੱਲ ਨਹੀਂ ਆ ਸਕਦੇ। ਤੇ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਤੇ ਧਿਆਨ ਹਟਾਉਣ ਦੀਆਂ ਹੀ ਵਿਧੀਆਂ ਬਾਬੇ ਨਾਨਕ ਨੇ ਦੱਸੀਆਂ ਹਨ ਕਿ ਸਭ ਕੁਛ ਹੁਕਮ ਅਨੁਸਾਰ ਹੋ ਰਿਹਾ ਹੈ। ਸਭ ਕੁਛ ਉਹ ਕਰ ਰਿਹਾ ਹੈ, ਉਹਦੀ ਰਜ਼ਾ ਅੰਦਰ ਹੋ ਰਿਹਾ ਹੈ। ਇਹ ਧਿਆਨ ਹਟਾਉਣ ਦੀਆਂ ਵਿਧੀਆਂ ਹੀ ਹਨ ਕਿ ਸੰਸਾਰ ਵੱਲੋਂ ਧਿਆਨ ਹਟੇ, ਫਿਰ ਰਜ਼ਾ ਅੰਦਰ ਹੋ ਰਿਹਾ, ਆਪਾਂ ਕੀ ਲੈਣਾ ਦੇਣਾ। ਪਰਮਾਤਮਾ ਕਰ ਰਿਹਾ ਹੈ, ਕਰਤਾ ਪੁਰਖ ਪਰਮਾਤਮਾ ਹੈ, ਉਹਦੇ ਦੁਆਰਾ ਸਭ ਕੁਛ ਹੋ ਰਿਹਾ ਹੈ। ਨਾ ਮੈਂ ਕਰ ਰਿਹਾ ਹਾਂ, ਨਾ ਮੈਂ ਦੇਖ ਰਿਹਾ ਹਾਂ। ਖਿਆਲ ਵੇਖੋ, ਤੁਸੀਂ ਦਰਸ਼ਟਾ ਵੀ ਨਹੀਂ ਹੋ। ਦਰਸ਼ਟਾ ਤੁਸੀਂ ਥੋੜ੍ਹੀ ਹੋ, ਪਰਮਾਤਮਾ ਦੇਖ ਰਿਹਾ ਹੈ। ਸਹਿਸ ਨੈਣ ਤਵ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੇ। ਕਿਆ ਹੈ ਨਾ, ਸਹਿਸ ਪਦ ਗੰਗਲ ਗੰਧ ਬਨ, ਸਹਿਸ ਪਦ ਗੰਦੇ ਵਿੱਚ ਚਲਤ ਮੋਹ। ਸਹਿਸ ਤਵ ਨੈਣ ਨੈਣ, ਕਹਿੰਦੇ ਹਜ਼ਾਰਾਂ ਹੀ ਤੇਰੀਆਂ ਅੱਖਾਂ, ਕਰੋੜਾਂ ਹੀ ਅੱਖਾਂ ਦੇ ਵਿੱਚ ਦੀ ਤੂੰ ਦੇਖ ਰਿਹਾ। ਪਰਮਾਤਮਾ ਦੇਖ ਰਿਹਾ ਹੈ। ਪਰ ਅਗਰ ਤੁਸੀਂ ਦਰਸ਼ਟਾ ਬਣ ਰਹੇ ਹੋ ਤੇ ਇਹਦਾ ਮਤਲਬ ਫਿਰ ਤੁਸੀਂ ਹੋ ਨਾ ਵਿਚਾਲੇ। ਕਰਤਾਪਨ ਤੇ ਤੁਹਾਡਾ ਮਿਟਿਆ ਹੀ ਨਹੀਂ। ਮੈਂ ਤੇ ਮਿਟੀ ਨਹੀਂ, ਮਿਟ ਸਕਦੀ ਹੀ ਨਹੀਂ ਜਿੰਨਾ ਚਿਰ ਦਰਸ਼ਟਾ ਤੁਸੀਂ ਬਣੇ ਰਹੋ। ਤੇ ਇਹ ਜਿਹੜੇ ਹਨ ਗਿਆਤਾ, ਖਿਆਲ ਵਿੱਚ ਰੱਖੋ, ਇਹ ਦਰਸ਼ਟਾ ਤੱਕ ਲੈ ਕੇ ਜਾਂਦੇ ਹਨ। ਇਹ ਦਾਰਸ਼ਨਿਕ ਬਣਾਉਂਦੇ ਹਨ, ਇਹ ਵਿਚਾਰਕ ਬਣਾਉਂਦੇ ਹਨ, ਇਹ ਪੰਡਿਤ ਬਣਾਉਂਦੇ ਹਨ। ਇਹਨਾਂ ਤੋਂ ਮੁਕਤੀ ਨਹੀਂ ਮਿਲਦੀ। ਖਿਆਲ ਵਿੱਚ ਰੱਖਿਓ। ਤੇ ਇਹ ਬਹੁਤ ਸੂਖਸ਼ਮ ਭੇਦ ਹੈ। ਭੇਦ ਵੀ ਤਾਂ ਹੀ ਸਮਝ ਵਿੱਚ ਆਵੇਗਾ ਜਦੋਂ ਤੁਸੀਂ ਪਿੱਛੇ ਜਾਓਗੇ ਅਭੇਦ ਵੱਲ। ਤਾਂ ਅਭੇਦ ਦੇ ਵਿੱਚੋਂ ਖੜ ਕੇ ਹੀ ਤੁਹਾਨੂੰ ਭੇਦ ਦਾ ਪਤਾ ਲੱਗਦਾ। ਸਿਰਫ ਵਿਚਾਰਾਂ ਦੇ ਤਲ ਤੇ ਤੁਸੀਂ ਕੁਛ ਵੀ ਨਹੀਂ ਸਮਝ ਸਕਦੇ ਹੋ। ਇਹ ਗੱਲ ਖਿਆਲ ਵਿੱਚ ਰੱਖਿਓ। ਸਿਰਫ ਵਿਚਾਰਾਂ ਦੇ ਤਲ ਤੇ ਸੋਚ ਕੇ ਤੁਸੀਂ ਕਹੋ ਵੀ ਅਸੀਂ ਬੁੱਧੀ ਦੁਆਰਾ ਸਮਝ ਲੈਣਾ ਹੈ, ਕੁਛ ਨਹੀਂ ਸਮਝ ਸਕਦੇ। ਇਹ ਸਮਝ ਤੂੰ ਪਾਰ ਜਾਣਾ ਹੈ, ਇਹ ਵਿਚਾਰਾਂ ਤੂੰ ਪਾਰ ਜਾਣਾ ਹੈ। ਤੇ ਇਹ ਕਹਿ ਰਹੇ ਹਨ ਕਿ ਦ੍ਰਿਸ਼ ਵੱਲੋਂ ਧਿਆਨ ਨਹੀਂ ਹਟਾਉਣਾ ਹੈ। ਤੁਸੀਂ ਜਾਣਨਾ ਹੈ, ਤੁਸੀਂ ਦ੍ਰਿਸ਼ਟਾ ਹੋ, ਤੁਸੀਂ ਦੇਖਣ ਵਾਲੇ ਹੋ। ਤੇ ਤੁਸੀਂ ਦੇਖਣ ਵਾਲੇ ਅਗਰ ਬਣੇ ਰਹੇ ਤੇ ਜੋ ਦੇਖ ਰਿਹਾ ਹੈ ਤੁਸੀਂ ਮਨ ਦੁਆਰਾ ਦੇਖ ਰਹੇ ਹੋ, ਸੋਚ ਕੇ ਦੇਖ ਰਹੇ ਹੋ, ਵਿਚਾਰ ਕਰ ਰਹੇ ਹੋ। ਤੁਸੀਂ ਉਹ ਸੋਚ ਦੇ ਨਾਲ ਜੁੜ ਜਾਓਗੇ, ਵਿਚਾਰ ਦੇ ਨਾਲ ਜੁੜ ਜਾਓਗੇ, ਦ੍ਰਿਸ਼ਟਾ ਬਣੇ ਰਹੋਗੇ। ਕਰਤਾ ਭਾਵ ਤੁਹਾਡਾ ਬਣਾ ਰਹੇਗਾ। ਜਾਣਾ ਹੈ ਨਾ ਤੂੰ ਪਾਰ। ਦ੍ਰਿਸ਼ ਦਰਸ਼ਨ ਤੇ ਦ੍ਰਿਸ਼ਟਾ ਤੂੰ ਪਿੱਛੇ ਜਾਣਾ ਹੈ। ਉਹ ਮੈਂ ਕਹਿੰਦਾ ਨਾ ਸਾਖਸ਼ੀ ਹੋਣਾ। ਇਹ ਤਿੰਨਾਂ ਗੁਣਾਂ ਤੋਂ ਪਾਰ ਜਾਣਾ ਹੈ। ਤ੍ਰਿਕੁਟੀ ਛੁੱਟੈ ਦਸਵਾਂ ਦਰ ਖੁੱਲ੍ਹੈ, ਤਉ ਮਨ ਖੀਵਾ ਪਾਏ। ਇਹ ਤਿੰਨਾਂ ਗੁਣਾਂ ਤੋਂ ਜਦੋਂ ਤੁਸੀਂ ਪਾਰ ਚਲੇ ਜਾਂਦੇ ਹੋ ਨਾ, ਉਦੋਂ ਫਿਰ ਦਸਵਾਂ ਦਵਾਰ ਖੁੱਲ੍ਹਦਾ ਹੈ। ਉਦੋਂ ਫਿਰ ਹੁੰਦੀ ਹੈ ਆਨੰਦ ਦੀ ਵਰਸ਼ਾ। ਉਦੋਂ ਵਾਸਤਵਿਕ ਦੇ ਵਿੱਚ ਫਿਰ ਗੁਰਮੁਖ ਪਿਆਰਾ ਕਹਿੰਦਾ ਹੈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਉਹ ਦਵਾਰ ਤੇ ਪਹੁੰਚ ਗਿਆ ਜਿਹੜਾ ਵਾਸਤਵਿਕ ਦਰਵਾਜ਼ਾ ਹੈ। ਤੇ ਤਿੰਨਾਂ ਤੋਂ ਪਿੱਛੇ ਜਾਣਾ ਹੈ।
ਤੇ ਸਿਖਾਲਾ ਰਵੇਗਾ। ਅਗਰ ਤੁਸੀਂ ਦ੍ਰਿਸ਼ ਵੱਲੋਂ ਧਿਆਨ ਹਟਾਏ ਜੋ, ਆਖਰਕਾਰ ਦ੍ਰਿਸ਼ ਨੂੰ ਛੱਡਣਾ ਹੀ ਹੈ, ਮਰਨ ਵੇਲੇ ਛੱਡਣਾ ਹੀ ਹੈ ਸਾਰੇ। ਤੁਸੀਂ ਘਬਰਾਉਂਦੇ ਕਿਉਂ? ਧਿਆਨ ਹੀ ਹਟਾਉਣਾ ਹੈ। ਉੱਦਾਂ ਖਾਂਦੇ ਪੀਂਦੇ ਰਹੋ, ਜੋ ਵੀ ਛੋਟਾ ਮੋਟਾ ਕੰਮ ਕਰਦੇ ਰਹੋ, ਬਹੁਤਾ ਧਿਆਨ ਬਾਹਰ ਦ੍ਰਿਸ਼ ਵੱਲ ਨਾ ਲਾਓ। ਇੰਨਾ ਹੀ ਕਹਿ ਰਿਹਾ। ਹੌਲੀ 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 ਸੰਕੋਚਦੇ ਰਹੋ। ਨਾਲੇ ਜਿਹੜੇ ਬਜ਼ੁਰਗ ਹਨ ਇਹ ਤਾਂ ਕਰ ਵੀ ਕੁਛ ਨਹੀਂ ਰਹੇ, ਸਿਰਫ ਟੈਲੀਫੋਨਾਂ ਦੇ ਚੱਕਰਾਂ 'ਚ ਜ਼ਿਆਦਾ ਪੈਂਦੇ ਹਨ। ਬਹੁਤੇ ਬਜ਼ੁਰਗ ਮੈਂ ਦੇਖਿਆ ਤਾਂ ਉਹਨਾਂ 'ਤੇ ਉਲਝੇ ਰਹਿੰਦੇ ਹਨ। ਤੁਹਾਡੇ ਟੈਲੀਫੋਨ ਵੀ ਬੰਦ ਕਰਕੇ ਰੱਖੋ। ਸੁਰਤ ਨੂੰ ਸੰਕੋਚੋ, ਧਿਆਨ ਨੂੰ ਸੰਕੋਚੋ, ਬਾਹਰੋਂ ਹਟਾਓ ਅਤੇ ਹੌਲੀ ਹੌਲੀ ਆਪਣੇ ਵੱਲ ਨੂੰ ਆਵੇਗਾ। ਫਿਰ ਹੋਰ ਅੰਦਰ, ਫਿਰ ਹੋਰ ਅੰਦਰ, ਫਿਰ ਹੋਰ ਅੰਦਰ। ਜਿਵੇਂ ਕਹਿੰਦੇ ਨੇ ਕੋਠੜੇ ਮੇ ਕੋਠੜੀ, ਪਰਮ ਕੋਠੀ ਵਿਚਾਰ, ਗੁਰ ਦੇਨੀ ਵਸਤ ਕਬੀਰ ਕੋ, ਲੈਨੀ ਵਸਤ ਸੰਭਾਲ। ਬਸ ਕੋਠੜੇ 'ਚ ਕੋਠੜੀ, ਕੋਠੜੀ 'ਚ ਹੋਰ ਕੋਠੜੀ, ਅੰਦਰ ਤੁਰੇ ਜਾਓ। ਉਸ ਦਰ 'ਤੇ ਤੁਸੀਂ ਪਹੁੰਚ ਜਾਓਗੇ ਜਿਹੜਾ ਮੁਕਤੀ ਦਾ ਦਰ ਹੈ, ਜਿਹਨੂੰ ਸਭ ਕੁਛ ਛੁੱਟ ਜਾਵੇ। ਅਤੇ ਖਿਆਲ ਵਿੱਚ ਰੱਖੋ ਇਹ ਭੇਦ,